एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। तैंडी बंदिश मैं कोई ना डिठा, तू नानक मन भाना। कोल कुम्हाई तिस मित्र विचोले, जय मिल कंत पछाना। कोल कुम्हाई तिस मित्र विचोले, जय मिल कंत पछाना। सतनाम वाहिगुरु साहिब जियो, सूही महला चौथा। हर पहलड़ी लाव परविरती कर्म दिरड़ाया बलराम जियो। हर पहलड़ी लाव परविरती कर्म दिरड़ाया बलराम जियो। बाणी ब्रह्मा वेद धर्म दृढ़ो, पाप तजाया बलराम जियो। धर्म दृढ़ो हर नाम तिहावो, सिमृत नाम दिरड़ाया। सतगुर गुर पूरा आराधो, सब किल विख पाप गवाया। सहज आनंद होआ वड भागी, मन हर हर मीठा लाया। जन कहे नानक लाभ पहली, आरंभ काज रचाया। सहज आनंद होआ वड भागी, मन हर हर मीठा लाया। जन कहे नानक लाभ पहली, आरंभ काज रचाया। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी, गुरु पातशाह जी दी अपार बख्शिश। शाम समय ਅਸੀਂ सत्संगत ਦਾ ਸਮਾਂ ਮਾਣ ਰਹੇ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਅਗਲੇ ਸਮੇਂ 'ਚ ਗੁਰਸ਼ਬਦ ਵਿਆਖਿਆ ਹੈ। ਇਸ ਗੋਚਰੇ ਸੂਹੀ ਰਾਗ ਤੇ ਛੰਤਾਂ ਦੀ ਵਿਚਾਰ ਹੋ ਰਹੀ ਹੈ। ਇਹਨਾਂ ਦੇ ਵਿੱਚ ਅਸੀਂ ਪੇਜ ਨੰਬਰ 773 ਤੇ ਹਾਂ, ਜਿੱਥੇ ਸਾਡੇ ਜੋ ਜੀਵਨ ਦੇ 4 ਸੰਸਕਾਰ ਨੇ। ਬੀਇੰਗ ਏ ਸਿੱਖ ਪ੍ਰੈਕਟੀਸ਼ਨਰ, ਪ੍ਰੈਕਟਿਸ ਕਰਨ ਦੇ ਨਾਲ ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ, ਵਿਆਹ ਸੰਸਕਾਰ ਜਿਹਨੂੰ ਆਨੰਦ ਸੰਸਕਾਰ ਅਸੀਂ ਕਹਿੰਦੇ ਹਾਂ, ਤੇ ਮ੍ਰਿਤਕ ਸੰਸਕਾਰ। ਸੋ ਇਹ 4 ਜਿਨ੍ਹਾਂ ਦੇ ਬਾਬਤ ਬਕਾਇਦਾ ਤੌਰ ਤੇ ਸਾਡੇ ਰਹਿਤਨਾਮਿਆਂ ਦੇ ਵਿੱਚ ਤੇ ਜੋ ਸਾਡੇ ਕੋਲ ਇਸ ਵਕਤ ਬੜਾ ਲੇਟੈਸਟ ਇੱਕ ਪੰਥਕ ਤੌਰ ਤੇ ਦਸਤਾਵੇਜ਼ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੋ ਪ੍ਰਵਾਨਿਤ ਰਹਿਤ ਮਰਿਆਦਾ ਹੈ। ਸੋ ਉਸ ਨੂੰ ਜੇ ਤੁਸੀਂ ਵਿਚਾਰ ਦੇਖਦੇ ਹੋ ਤੇ ਉਹਦੇ ਵਿੱਚ ਇਹਨਾਂ ਦਾ ਜ਼ਿਕਰ ਮਿਲਦਾ ਤਾਂ ਆਪ ਜੀ ਨੂੰ। ਸੋ ਉਸ ਵਿੱਚੋਂ ਜੋ
ਵਿਵਾਹ ਸੰਸਕਾਰ ਆ, ਇਹਨੂੰ ਸੰਪੰਨ ਕਰਨ ਵਾਸਤੇ ਜੋ ਮਰਿਆਦਿਤ ਢੰਗ ਦੇ ਨਾਲ ਸ਼ਬਦਾਂ ਦੀ ਚੋਣ ਕੀਤੀ ਗਈ ਹੈ, ਉਹਦੇ ਅੰਦਰ ਛੰਤ ਪੂਰੇ ਦਾ ਪੂਰਾ 4 ਫੇਰੇ ਲੈਣ ਵਾਸਤੇ 4 ਪ੍ਰਕਰਮਾਂ ਅਰਾਊਂਡ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਦੇ ਲਈ ਇਸ ਪੂਰੇ ਸੰਸਕਾਰ ਦਾ ਹਿੱਸਾ ਆ। ਸਿੱਖ ਸੰਗਤਾਂ ਦੇ ਵਿੱਚ ਜੋ ਸਮਾਜਿਕ ਜੀਵਨ ਨੂੰ ਜੀਂਦੇ ਨੇ, ਸਾਰੇ ਜੀਨੇ ਆ, ਬਚਪਨ ਤੋਂ ਲੈ ਕੇ ਅਸੀਂ ਲਾਵਾਂ ਦਾ ਪਾਠ ਸੁਣਨੇ ਆ ਵਿਵਾਹਾਂ ਦੇ ਉੱਤੇ, ਫਿਰ ਮੋਸਟਲੀ ਗ੍ਰਸਤ ਜੀਵਨ ਵਿੱਚ ਪ੍ਰਵੇਸ਼ ਇਹਨਾਂ ਦੇ ਜ਼ਰੀਏ ਹੁੰਦਾ ਆ। ਇਹ ਸਾਡੇ ਜੀਵਨ ਦਾ ਬੜਾ ਇੱਕ ਅਭਿੰਨ ਅੰਗ ਆ, ਜ਼ਰੂਰੀ ਹਿੱਸਾ। ਸਾਰੀ ਬਾਣੀ ਗੁਰੂ ਰੂਪ ਆ, ਪਰ ਇਹ ਤੇ ਵਾਰ-ਵਾਰ ਸਾਨੂੰ ਸੋਸ਼ਲ ਸੈਟਿੰਗਸ ਵਿੱਚ ਹਰ ਜਗ੍ਹਾ ਦੇ ਉੱਤੇ ਸੁਣਨ ਨੂੰ, ਪੜ੍ਹਨ ਨੂੰ, ਵਾਰ-ਵਾਰ ਅਹਿਸਾਸਨ ਨੂੰ ਮਿਲਦੀ ਹੈ ਬਾਣੀ। ਜੋ ਦੇਖਣ ਵਿੱਚ ਆਉਂਦਾ ਆ ਕਿ ਵਿਵਾਹ ਪੂਰੇ ਪ੍ਰੋਗਰਾਮ ਦੇ ਵਿੱਚ, ਮੈਰਿਜ ਸੈਰਮਨੀ ਦੇ ਵਿੱਚ, ਸਾਰੀ ਦੇ ਵਿੱਚ ਜਿਹੜੇ ਸੈਰਮੋਨੀਅਲ ਪ੍ਰੋਗਰਾਮਸ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜਾ ਇਹ ਪਾਰਟ ਆ, ਇਹ ਮੇਨ ਆ। ਬਟ ਐਕਚੁਅਲ ਲੈਵਲ 'ਤੇ ਇਹਦੇ ਬਾਬਤ ਨਾ ਤਾਂ ਬਹੁਤੀ ਅਵੇਅਰਨੈਸ ਆ, ਨਾ ਇਹਦੀ ਕੋਈ ਬਹੁਤੀ ਇੰਪੋਰਟੈਂਸ ਆ। ਮੈਂ ਮਾਫੀ ਮੰਗਦੇ ਹੋਏ ਲਫ਼ਜ਼ ਤੁਹਾਨੂੰ ਦੱਸ ਰਿਹਾ। ਜੇ ਮੈਂ ਗੁਰਦੁਆਰਾ ਸਾਹਿਬ ਸੰਸਥਾ ਦੇ ਵਿੱਚ ਵਿਚਰਦਿਆਂ ਹੋਇਆਂ ਪ੍ਰੈਕਟੀਕਲ ਵੇ ਨਾਲ ਬਾਤ ਪਾਵਾਂ, ਤੇ ਵਿਵਾਹ ਵਾਲੇ ਦਿਨ ਸ਼ਾਇਦ ਰੇਅਰਲੀ ਕਿਤੇ ਹੋਏ, ਕਿਤੇ ਆ ਕੇ ਲੜਕੀ ਵਾਲੇ, ਲੜਕੇ ਵਾਲੇ, ਗ੍ਰੰਥੀ ਸਾਹਿਬਾਨ ਵੇ ਆ ਕੇ ਕਹਿਣ, ਰੇਅਰਲੀ। ਅਦਰਵਾਈਜ਼ ਇਹ ਬੜੀ ਕਾਮਨ ਪ੍ਰੈਕਟਿਸ ਹੈ, ਤੇ ਆਲਮੋਸਟ ਸਭ ਆ ਕੇ ਕਹਿੰਦੇ ਨੇ ਕਿ ਬਸ ਭਾਈ ਸਾਹਿਬ ਜਲਦੀ ਕਰ ਦਿਓ, ਦੈਟਸ ਇਟ। ਉਹ ਆਪ ਭਾਵੇਂ ਲੇਟ ਨੇ, ਭਾਵੇਂ ਜਿਸ ਤਰੀਕੇ ਨਾਲ ਮਰਜ਼ੀ ਹੈ, ਬਟ ਵੈਨ ਦੇ ਕਮ ਇਨ ਦਿਸ ਹਾਲ ਦੇ ਸੇ ਜਸਟ ਫਿਨਿਸ਼ ਇਟ ਐਜ਼ ਸੂਨ ਐਜ਼ ਪੋਸੀਬਲ। ਹੁਣ ਇਹ ਜਿਹੜੀ ਚੀਜ਼ ਆ ਭਾਈ, ਗੁਰਦੁਆਰਾ ਇੰਸਟੀਟਿਊਸ਼ਨ ਆ, ਆਪ ਸੰਗਤ ਦੇ ਸਰਮਾਏ ਦੇ ਨਾਲ ਚੱਲਦਾ ਆ, ਜਿਹਨੂੰ ਤੁਸੀਂ ਡੋਨੇਸ਼ਨ ਕਹਿ ਸਕਦੇ ਹੈਗੇ ਹੋ। ਮਾਫੀ ਮੰਗਾਂਗਾ, ਦਸਵੰਧ ਨਹੀਂ ਕਹਿ ਸਕਦੇ ਅਸੀਂ, ਪਰ ਇਹ ਖੈਰਾਤੀ ਅਮਾਊਂਟ ਆ, ਖੈਰਾਤ ਦੀ ਤਰ੍ਹਾਂ ਜਿਵੇਂ ਦਿੱਤਾ ਜਾਂਦਾ, ਉਹਦੇ ਨਾਲ ਇਹ ਸੰਸਥਾ ਚੱਲਦੀ ਹੈ। ਅਤੇ ਇਸ ਕਰਕੇ ਅਸੀਂ ਥੋੜ੍ਹਾ ਵੀ ਸੋਚਦੇ ਹਾਂ ਕਿ ਸਾਡਾ ਆਪਣਾ ਰੋਬ ਹੈ, ਆਪਣੇ ਤਰੀਕੇ ਨਾਲ ਅਸੀਂ ਇਹਨੂੰ ਚਲਾਵਾਂਗੇ, ਪਰ ਕਦੀ ਅਹਿਸਾਸ ਨਹੀਂ ਗਾ ਕਿ ਅਲਟੀਮੇਟਲੀ ਕੁਝ ਮਰਿਆਦਾ ਵੀ ਚੀਜ਼ ਹੁੰਦੀ ਹੈ, ਕੁਝ ਕੋਡ ਆਫ ਕੰਡਕਟ ਵੀ ਹੁੰਦਾ ਆ, ਕੋਈ ਡਿਸਿਪਲਿਨ ਵੀ ਹੁੰਦਾ ਆ। ਜਿਸ ਪਰਪਸ ਲਈ ਗੁਰੂ ਸਾਹਿਬ ਨੇ ਬਾਣੀ ਉਚਰਿਤ ਕੀਤੀ, ਜਿਸ ਪਰਪਸ ਲਈ ਸਾਡੇ ਪੁਰਖਿਆਂ ਨੇ ਇਸ ਚੀਜ਼ ਨੂੰ ਸਾਡੇ ਵਿਵਾਹ ਵਾਸਤੇ ਸੰਸਕਾਰਿਤ ਰੂਪ ਵਿੱਚ ਅਡਾਪਟ ਕੀਤਾ, ਉਹ ਸਭ ਚੀਜ਼ਾਂ ਕਿਤੇ ਬਹੁਤ ਦੁੱਪਰ ਰਹਿ ਗਈਆਂ। ਕਿਉਂਕਿ ਇਹ ਚੀਜ਼ਾਂ ਸਾਡੇ ਜੀਵਨ ਦੀ ਜੋ ਐਕਸਰਸਾਈਜ਼ ਆ, ਉਸ ਤੋਂ ਵੀ ਜੇ ਪਿੱਛੇ ਚੱਲਿਆ ਜਾਏ, ਇਹਦੀ ਇੰਪੋਰਟੈਂਸ ਬਾਰੇ ਸਾਡੀ ਸੋਚ 'ਚ ਜਗ੍ਹਾ ਨਾ ਰਹਿ ਗਈ। ਸੋ ਇਹ ਇੱਕ ਰੂਟੀਨ ਜਿਹਦੇ ਵਿੱਚ ਅਸੀਂ ਗੱਲ ਹੁੰਦੀ ਹੈ, ਅਤੇ ਉਹਨੂੰ ਉਸੇ ਤਰੀਕੇ ਨਾਲ ਲੈ ਲਿਆ ਜਾਂਦਾ ਹੈ। ਐਂਡ ਬੀਇੰਗ ਏ Sikh ਪ੍ਰਚਾਰਕ, what I have witnessed from last around 1918 or 19-20 years, it's very shocking. If I start speaking about it, there are tons of stories I had in my mind. ਜਿੱਥੇ ਇੰਨਾ ਕੁਝ ਆ ਕਿ ਇਹਨੂੰ ਸਿਰਫ ਐਂਟਰਟੇਨ ਕਰਨ ਵਾਸਤੇ ਨਾਲ, ਜੇ ਮੈਂ ਉਸ ਲੈਵਲ 'ਤੇ ਲੈ ਕੇ ਆਵਾਂ ਤਾਂ ਐਂਟਰਟੇਨ ਕਰੀ ਜਾਵਾਂਗੇ ਅਸੀਂ ਵੀ। ਕਿਹੋ ਜਿਹੇ ਵਿਆਹ ਵੇਖੇ, ਕਿਹੋ ਜਿਹਾ ਪ੍ਰੋਗਰਾਮ ਹੋਏ, ਕਿਹੋ ਜਿਹੇ ਹਾਲਾਤ ਬਣੇ, ਕਿਸ ਤਰੀਕੇ ਦੇ ਨਾਲ। ਪਰ ਜਿਹੜਾ ਮੇਨ ਰੂਪ ਆ ਉਹ ਹੈ ਇਹਨਾਂ ਬਚਨਾਂ ਨੂੰ ਸਮਝਣਾ, ਅਤੇ ਸਮਝ ਕੇ ਐਫਰਟ ਪਾਉਣੀ, ਇਹ ਸਾਡੀ ਡੇ ਟੂ ਡੇ ਲਾਈਫ ਦਾ ਹਿੱਸਾ ਹੋ ਸਕੇ। ਕਿਉਂਕਿ ਜਿਹੜਾ ਕਾਰਜ ਆ, ਦ ਈਵੈਂਟ, ਸਪੈਸ਼ਲੀ ਮੈਰਿਜ itself is an event. That event is happening, or people participate in that event for what? To get highest level of pleasure of their life, anand.
ਸੋ ਉਹਨੂੰ ਅਟੇਨ ਕਿਵੇਂ ਕਰਨਾ, ਅਰਨ ਕਿਵੇਂ ਕਰਨਾ ਆ, ਉਸ ਸਾਰੇ ਦਾ ਮੈਸੇਜ ਹੈ ਇਹਦੇ ਵਿੱਚ। ਮੈਂ ਨਾਲ ਨਾਲ ਲਾਵਾਂ ਦਾ ਪਾਠ ਸ਼ੁਰੂ ਕਰ ਲੈਣਾ, ਜਿਵੇਂ ਜਿਵੇਂ ਸਮਾਂ ਅਲਾਓ ਕਰੇਗਾ। ਇਹਦੇ 'ਚ ਸੂਹੀ ਰਾਗ ਹੈ, ਮਹੱਲਾ ਚੌਥਾ, ਗੁਰੂ ਰਾਮਦਾਸ ਸਾਹਿਬ ਉਚਰਿਤ ਕਰ ਰਹੇ ਨੇ। ਹਰ ਪਹਿਲੜੀ ਲਾਓ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਓ। ਮੈਂ ਫਿਰ ਬੇਨਤੀ ਕਰਾਂਗਾ, ਸਾਨੂੰ ਗੁਰਬਾਣੀ ਦੀ ਟਰਾਂਸਲੇਸ਼ਨ ਵਾਸਤੇ ਸ਼ਬਦ ਕੋਸ਼ਾਂ 'ਤੇ ਡਿਪੈਂਡ ਕਰਨਾ ਪੈਂਦਾ ਹੈ। ਉਹ ਸ਼ਬਦ ਕੋਸ਼ ਕੁਝ ਯੂਨੀਵਰਸਿਟੀਜ਼ ਨੇ ਪਬਲਿਸ਼ ਕੀਤੇ ਨੇ, ਕੁਝ ਭਾਸ਼ਾ ਵਿਭਾਗ ਨੇ, ਜਿਵੇਂ ਮਹਾਨ ਕੋਸ਼ ਵਗੈਰਾ ਰਚਨਾ ਹੈ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਦੀ, ਅਤੇ ਕੁਝ ਸਾਡੇ ਸੀਨੇ ਬਸੀਨੇ ਜ਼ਬਾਨ ਨੂੰ ਪੜ੍ਹਦੇ ਹਾਂ, ਜ਼ਬਾਨ ਨੂੰ ਘੋਖਦੇ ਹਾਂ, ਸਾਡੀ ਜ਼ਹਿਨ ਵਿੱਚ ਆਉਂਦੀ ਚੀਜ਼ਾਂ ਜਿਹਨੂੰ ਅਸੀਂ ਰੋਜ਼ਮर्रा ਦੀ ਜੀਵਨ ਦੀ ਵਰਤੋਂ ਦੇ ਵਿੱਚ as we use those words and then we get the roots of those words, ਸੋ ਉਸ ਤਰੀਕੇ ਨਾਲ ਅਸੀਂ ਸਮਝਦੇ ਹੈਗੇ ਹਾਂ। ਇੱਥੇ ਬਚਨ ਆ ਹਰ ਪਹਿਲੜੀ ਲਾਓ। ਐਕਚੁਅਲੀ ਗੱਲ ਤੇ ਹਰੀ ਦੀ ਹੋ ਰਹੀ ਹੈ। ਵਿਆਹ ਦਾ ਸਾਰਾ ਕਨਸੈਪਟ ਹੀ ਹਰ ਨਾਲ ਹੈ। ਆਪਾਂ ਸ਼ਬਦ ਪੜ੍ਹਦੇ ਹਾਂ, ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ। ਉਹਦੇ 'ਚ ਕਿਹਾ ਗਿਆ ਕਿ ਜਿਹੜਾ ਵਿਆਹ ਆ ਇਹ ਗੁਰਮੁਖ ਨੇ ਹਰ ਨੂੰ ਪਾਉਣਾ ਆ। ਦੋ ਗੁਰਮੁਖ ਸਖੀਆਂ ਰਲ ਕੇ ਹਰ ਨੂੰ ਪਾਉਣ ਲੱਗੀਆਂ ਨੇ, ਇੱਕ ਹਾਇਰ ਲੈਵਲ ਦੇ ਗੋਲ ਨੂੰ ਅਚੀਵ ਕਰਨਾ ਆ। ਹੁਣ ਮੈਂ ਵਿਵਾਹ ਸੰਸਥਾ ਬਾਰੇ ਥੋੜ੍ਹੀ ਬਾਤ ਪਾਵਾਂ। ਉਸ ਦਿਨ ਬਾਤ ਕੀਤੀ ਸੀ ਨਾ ਕਿ ਪ੍ਰੀ ਮੈਰਿਟਲ ਕਾਉਂਸਲਿੰਗ ਦੇ ਵਿੱਚ ਵਟ ਆਈ ਹੈਵ ਐਕਚੁਅਲੀ witnessed or got as a kind of experience, ਜਿਵੇਂ ਸਕ੍ਰਿਪਟ ਲਿਖੀ ਜਾਂਦੀ ਇਸ ਤਰ੍ਹਾਂ ਗੱਲਾਂ ਬਣ ਜਾਂਦੀਆਂ ਨੇ। ਸਿੰਪਲ ਕੁਐਸਚਨ ਨੇ, ਸਿੰਪਲ ਆਨਸਰ ਉਹਨਾਂ ਦੇ ਸਿੱਧੇ ਤੌਰ 'ਤੇ ਆਉਂਦੇ ਨੇ ਬੜੇ ਓਨੈਸਟ ਵੇ ਦੇ ਨਾਲ। ਵਾਈ ਯੂ ਗਾਇਜ਼ ਆਰ ਗੈਟਿੰਗ ਮੈਰੀਡ, ਵੀ ਡੋਂਟ ਨੋ, ਆਈ ਥਿੰਕ ਵੀ ਲਾਈਕ ਈਚ ਅਦਰ, ਆਈ ਥਿੰਕ ਵੀ ਵਿਲ ਬੀ ਗੁੱਡ ਕਪਲ, ਵੀ ਲਵ ਈਚ ਅਦਰ, ਇਸ ਕਿਸਮ ਦੀ ਗੱਲ ਹੁੰਦੀ ਹੈ। ਵਿਆਹ ਦਾ ਸਭ ਤੋਂ ਜਿਹੜਾ ਪਹਿਲਾ ਬੇਸਿਕ ਰੂਲ ਆ ਉਹ ਹੈਗਾ ਇੱਕ ਦੂਜੇ ਦੀ ਕੰਪੈਨੀਅਨਸ਼ਿਪ, ਜਿਹੜੀ ਇੱਕ ਦੂਜੇ ਦੀ ਸੰਗਤ ਆ। ਦੋ ਇੰਡੀਵਿਜੂਅਲ ਇਸ ਲੈਵਲ ਤੇ ਆ ਗਏ, ਇੱਕ ਦੂਜੇ ਦੇ ਸੰਗ ਤੋਂ ਬਿਨਾਂ ਨਹੀਂ ਰਹਿ ਸਕਦੇ। ਇੱਥੋਂ ਵਿਆਹ ਐਕਚੁਅਲ ਲੈਵਲ ਤੇ ਸ਼ੁਰੂ ਹੁੰਦਾ ਆ। ਡੂ ਯੂ ਥਿੰਕ that without this individual your life won't be able to actually complete? ਇਹ ਕੁਐਸਚਨ ਸ਼ੁਰੂ ਹੁੰਦਾ ਆ। ਇੱਕ ਦੂਜੇ ਨੂੰ ਤਾਂ ਹੀ ਤੇ ਕੰਪਲੀਟ ਹੋਣਾ ਨਾ, ਦੋ ਜਣਿਆਂ ਰਲ ਕੇ। ਫਿਰ ਇਹ 'ਚ ਇੱਕ ਹੋਰ ਚੀਜ਼ ਆ, ਦੋਨਾਂ ਨੇ ਰਲ ਕੇ, ਇਕੱਲੇ ਆਪਣੇ ਲਈ ਤੇ ਕੰਪੈਨੀਅਨਸ਼ਿਪ ਲੱਭ ਰਹੇ ਨੇ ਉਹ, ਪਰ ਜਿਹੜੀ ਚੀਜ਼ ਨੂੰ ਵਰਨਾ ਹੈ ਉਹਨਾਂ ਨੇ, ਜਿਹੜੀ ਚੀਜ਼ ਨੂੰ ਹਰ ਕੇ ਹਰਨਾ ਜਾਂ ਵਰਨਾ ਕਹਿ ਲਓ, ਉਹ ਹੈ ਦੋਨਾਂ ਨੇ ਵਿਵਾਹ ਸੰਸਥਾ ਨੂੰ ਉਹਦੇ ਵਿੱਚ ਪਾਰਟੀਸਪੇਟ ਕਰਨਾ, ਉਹਨੂੰ ਜਿੱਤਣਾ ਹੈ, ਉਹਦੇ ਵਿੱਚ ਸ਼ਮੂਲੀਅਤ ਪਾਉਣੀ ਹੈ। ਮੈਰਿਜ ਇਜ਼ ਏ ਇੰਸਟੀਟਿਊਸ਼ਨ ਇਟਸੈਲਫ। ਉਹਦੇ ਆਪਣੀ ਬਹੁਤ ਵੱਡਾ ਇੱਕ ਕ੍ਰਾਈਟੀਰੀਆ ਆ, ਉਹਦੀ ਡਿਮਾਂਡ ਆ। ਉਹਦੇ ਵਿੱਚ ਕੀ ਹੈ, ਦੋਨਾਂ ਨੇ ਰਲ ਕੇ ਇੱਕ ਉੱਚੇ ਗੋਲ ਨੂੰ ਪ੍ਰਾਪਤ ਕਰਨ ਵਾਸਤੇ ਆਪਣੀਆਂ ਜਿਹੜੀਆਂ ਪਰਸਨਲ ਲੈਵਲ 'ਤੇ ਖਾਹਿਸ਼ਾਂ ਨੇ, ਇੱਛਾਵਾਂ ਨੇ, ਜਿਹੜੀਆਂ ਉਹ ਸਭ ਚੀਜ਼ਾਂ ਨੇ, ਉਹਨਾਂ ਨੂੰ ਆਪਣੇ ਵਿੱਚੋਂ ਐਲੀਮੀਨੇਟ ਕਰਨਾ ਹੌਲੀ ਹੌਲੀ। ਕਿਉਂਕਿ ਤੁਸੀਂ ਕਿਸੇ ਨੂੰ ਸਮਰਪਿਤ ਕਰਨਾ ਜੀਵਨ, ਤੇ ਜਿਹੜੇ ਕਿਸੇ ਨੂੰ ਸਮਰਪਿਤ ਕਰਨਾ ਆ, ਤੇ ਫਿਰ ਦੋਨਾਂ ਨੇ ਇੱਕ ਦੂਜੇ ਨੂੰ ਤਾਂ ਨਹੀਂ ਨਾ ਸਮਰਪਿਤ ਕਰਨਾ, ਕਿਸੇ ਹਾਇਰ ਲੈਵਲ ਦੇ ਪ੍ਰਿੰਸੀਪਲ ਨੂੰ ਕਰਨਾ ਆ, ਕਿਸੇ ਹਾਇਰ ਲੈਵਲ ਦੇ ਜੀਵਨ ਯਾਪਨ ਨੂੰ ਕਰਨਾ ਆ। ਇਹਦੇ ਵਿੱਚੋਂ ਫਿਰ ਜ਼ਿੰਦਗੀ ਦੇ ਗੋਲ ਨਿਕਲਦੇ ਨੇ, ਏਮ ਨਿਕਲਦੇ ਨੇ। ਘਰ ਬਣਾਉਣਾ ਆ, ਬੱਚੇ ਉਹਨਾਂ ਦਾ ਰਵਣ ਕਰਨਾ, ਉਹਨਾਂ ਦੀ ਆਮਦ ਹੋਣੀ ਹੈ, ਉਹਨਾਂ ਨੂੰ ਪਾਲਣਾ ਹੈ। ਕਿਹੋ ਜਿਹੇ ਬੱਚੇ ਹੋਣਗੇ, ਕਿਹੋ ਜਿਹਾ ਘਰ ਹੋਏਗਾ, ਕਿਹੋ ਜਿਹਾ ਪਰਿਵਾਰ ਹੋਏਗਾ, ਕਿਹੋ ਜਿਹੇ ਸਮਾਜ ਵਿੱਚ ਬੱਚੇ ਪਾਲਣੇ ਨੇ ਅਸੀਂ। ਐਂਡ ਆਫ ਦਾ ਡੇ ਜਦੋਂ ਅਸੀਂ ਹੌਲੀ ਹੌਲੀ ਕਰਕੇ ਸਾਰੇ ਸੰਸਾਰ ਨੂੰ, ਜਿਹੜੀਆਂ ਸਾਡੀਆਂ ਘਰੋਗੀ ਜ਼ਿੰਮੇਵਾਰੀਆਂ ਨੇ, ਇਹਨਾਂ ਨੂੰ ਨਿਭਾ ਕੇ, which kind of life we really want to live or enjoy or actually kind of dream, ਇਹ ਸਾਰਾ ਕੁਛ ਆ ਜਾਂਦਾ ਇਹਦੇ ਵਿੱਚ। ਇਹਦੇ ਬਾਰੇ ਜਾਂ ਤੇ ਬੰਦਾ ਹੋਏ ਕਿ ਬਲੈਂਕ ਹੋਏ ਬਿਲਕੁਲ, ਹੂ ਕੇਅਰ, ਕਰਤਾਰ ਤੇ ਭਰੋਸਾ, ਜੋ ਹੋਏਗਾ ਸੋ ਹੋਏਗਾ। ਦੂਸਰਾ ਇਹ ਹੈ ਕਿ ਬੰਦਾ ਆਪਣੀ ਇੱਕ ਕੈਲਕੂਲੇਸ਼ਨ ਕਰਦਾ ਆ। ਉਹ ਕੈਲਕੂਲੇਸ਼ਨ, ਜਿਵੇਂ ਅੱਜ ਕੱਲ੍ਹ ਬਹੁਤ ਜ਼ਿਆਦਾ ਕੈਲਕੂਲੇਟ ਕਰਕੇ ਲੋਕ
ਕੰਮ ਕਰਦੇ ਬਹੁਤੇ, ਤੇ ਉਹ ਤੇ ਵੈਸੇ ਹੀ ਮਿਸਕੈਲਕੂਲੇਸ਼ਨ ਹੋ ਜਾਂਦੀ ਥੋੜ੍ਹੀ ਦੇਰ ਬਾਅਦ। ਤੀਸਰਾ ਇਹ ਹੈ, ਕਿਸੇ ਵਿਵਾਹ ਇੰਸਟੀਟਿਊਸ਼ਨ ਨੂੰ ਉਹਨੂੰ ਫੋਲੋ ਕਰਨ ਵਾਸਤੇ ਕਿਸੇ ਪ੍ਰਿੰਸੀਪਲ ਬੇਸਡ ਲਾਈਫ ਸਟਾਈਲ ਨੂੰ ਅਡਾਪਟ ਕਰ ਲਿਆ ਜਾਏ। ਬਹੁਤਾ ਤਾਂ ਨਹੀਂ ਪਤਾ, ਪਰ ਇੰਨਾ ਆ ਜੋ ਸਾਡੀਆਂ ਸਿੱਖ ਟ੍ਰੈਡੀਸ਼ਨਸ ਨੇ, ਜੋ ਸਾਡੀ ਸਿੱਖੀ ਦੇ ਵਿਸ਼ਵਾਸ ਨੇ, ਵੀ ਵਿਲ ਫੋਲੋ ਦੈਮ। ਅਸੀਂ ਉਹਨਾਂ ਦੇ ਜ਼ਰੀਏ ਅੱਗੇ ਵਧਾਂਗੇ। ਹਾਂ, ਫਿਰ ਜੀਵਨ ਖੁਸ਼ਨੁਮਾ ਅਹਿਸਾਸਾਂ 'ਚ ਜਾਏਗਾ। ਗੁਰੂ ਸਾਹਿਬ ਨੇ ਇੱਕ ਪੂਰਾ ਜੀਵਨ ਸਿਖਾਇਆ ਹੈ। ਸੋ ਸਾਹਿਬ ਨੇ ਇੱਥੇ ਬਿਆਨ ਕੀਤਾ, ਹਰ ਪਹਿਲੜੀ ਲਾਮ, ਬਿਲਕੁਲ ਪਹਿਲਾ ਸਟੈਪ ਜਿਹੜਾ ਲਾਮ ਲਫ਼ਜ਼ ਵੀ ਹੈ, ਵੈਸੇ ਤਾਂ ਫੇਰੇ ਲੈਣਾ ਹੁੰਦਾ, ਪਰਿਕਰਮਾ ਕਰਨੀ ਜਾਂ ਫਿਰਨਾ ਆਲੇ ਦੁਆਲੇ, ਵਾਕ ਕਰਨੀ, ਸਰਕਲ ਕਰਨਾ, ਇਸ ਤਰੀਕੇ ਨਾਲ ਹੁੰਦਾ। ਬਟ ਵੀ ਆਲਵੇਜ਼ ਕਾਲਡ ਲਾਵਾਂ ਹੋ ਰਹੀਆਂ ਨੇ, ਲਾਮ ਹੋ ਰਹੀ ਹੈ। ਲਾਮ ਦੇ ਮਾਇਨੇ ਕੁਝ ਸੱਜਣ ਤੇ ਐਵੇਂ ਕਹਿੰਦੇ ਨੇ ਕਿ ਜਿਵੇਂ ਲਾਮ ਹੁੰਦੀ ਹੈ, ਇੱਕ ਜਗ੍ਹਾ 'ਤੇ ਕਿਸੇ ਚੀਜ਼ ਨੂੰ ਪਲਾਂਟ ਕੀਤਾ ਜਾਂਦਾ, ਪਲਾਂਟੇਸ਼ਨ ਹੁੰਦੀ ਹੈ, ਅਤੇ ਉਸ ਤੋਂ ਬਾਅਦ ਉਹਨੂੰ ਪੱਟਿਆ ਜਾਂਦਾ ਉੱਥੋਂ, ਅਤੇ ਪੱਟ ਕੇ ਜਿਹਨੂੰ ਲਾਮ ਜਾਂ ਪਿਉਂਦ ਕਿਹਾ ਜਾਂਦਾ ਹੈਗਾ। ਕੁਝ ਇਲਾਕਿਆਂ 'ਚ ਲਾਭ ਕਹਿ ਦਿੰਦੇ ਨੇ, ਲਾਮ ਕਹਿ ਦਿੰਦੇ ਨੇ, ਪਿਉਂਦ ਕਹਿ ਦਿੰਦੇ ਨੇ। ਫਿਰ ਇੱਕ ਜਗ੍ਹਾ ਤੋਂ ਪੱਟ ਕੇ ਉਹ ਦੂਸਰੀ ਜਗ੍ਹਾ ਲਗਾਈ ਜਾਂਦੀ। ਇਹ ਵੀ ਇੱਕ ਮਾਇਨੇ ਕੁਝ ਲੋਕ ਸਮਝਦੇ ਇਹਦੇ ਵਿੱਚੋਂ। ਪਰ ਜੋ ਮੈਂ ਦੇਖਿਆ ਟ੍ਰੈਡੀਸ਼ਨਲ ਸਾਈਡ ਤੋਂ, ਲਿਟਰੇਚਰ ਵਾਲੀ ਸਾਈਡ ਤੋਂ, ਉਹ 'ਚ ਹੈ ਕਿ ਲਾਮ ਦਾ ਮਾਇਨਾ ਜਿਹੜਾ ਆ, ਇਹ ਬਹੁਤ ਸਿੰਪਲ ਪੰਜਾਬੀ ਦਾ ਵਰਡ ਆ। ਜਿਵੇਂ ਵਿੰਟਰ 'ਚ ਚਲੋ ਅਸੀਂ ਆਪ ਹੀ ਨਹੀਂ ਬਾਹਰ ਨਿਕਲ ਪਾਉਂਦੇ। ਸਮਰ ਟਾਈਮ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਕਈ ਵਾਰੀ ਘਰਾਂ ਦੇ ਵਿੱਚ ਕੱਪੜੇ ਵਗੈਰਾ ਬਾਹਰ ਲਾਵਾਂ 'ਤੇ ਸੁੱਕਣੇ ਪਾਉਂਦੇ ਹਾਂ। ਲਾਵਾਂ ਲਫ਼ਜ਼ ਜਿਹੜਾ ਮੈਂ ਕਿਹਾ, ਜਿਵੇਂ ਵਿੱਚ ਹੁੰਦਾ ਇਹ ਹੈ ਕਿ ਕੋਈ ਬਾਹਰ ਸ਼ਖਸ ਖੜਾ ਹੈ ਤਾਂ ਅਸੀਂ ਕੱਪੜੇ ਵਗੈਰਾ ਧੋਤੇ ਨੇ, ਕੋਈ ਤੋਲੀਆ ਵਗੈਰਾ ਹੈ ਤਾਂ ਅਸੀਂ ਟਾਵਲ ਕਹਿੰਦੇ ਲੈ ਆ ਬਾਹਰ ਲਾਂ 'ਤੇ ਪਾ ਦੀ। ਮੀਨ ਲਾਮ ਰੱਸੀ ਜਿਹੜੀ ਦੋ ਇਸ ਤਰੀਕੇ ਦੇ ਨਾਲ ਆਬਜੈਕਟਸ ਨਾਲ ਵੱਜੀ ਹੈ, ਅਤੇ ਇਸ ਤਰੀਕੇ ਨਾਲ ਹੈ। ਆਪ ਦੇਖਿਆ ਹੋਇਆ ਜਿਹੜੀਆਂ ਟ੍ਰੈਡੀਸ਼ਨਲ ਲਾਵਾਂ ਹੁੰਦੀਆਂ ਨੇ, ਕਹਿੰਦੇ ਲਾਂ ਕਿਵੇਂ ਲਟਕ ਰਹੀ ਹੈ, ਭਾਵ ਉਹਨਾਂ 'ਚ ਇੱਕ ਰੂਮ ਹੁੰਦਾ ਇਸ ਰੂਪ ਦੇ ਵਿੱਚ। ਜਦੋਂ ਦੋ ਇੰਡੀਵਿਜੂਅਲਸ ਵਿਆਹ ਦੇ ਰਿਸ਼ਤੇ 'ਚ ਬੱਝ ਰਹੇ ਹੁੰਦੇ ਨੇ, ਤੁਸੀਂ ਕਦੇ ਦੇਖਿਆ ਹੋਏਗਾ, ਉਹਨਾਂ ਦੋਨਾਂ ਨੂੰ ਇੱਕ ਪੱਲੇ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਇੰਗੇਜ ਕੀਤਾ ਹੁੰਦਾ, ਜੋੜਿਆ ਹੁੰਦਾ। ਉਹਦਾ ਪੱਲਾ ਹੁੰਦਾ ਆ, ਉਹਦੇ 'ਚ ਇੱਕ ਝੋਲ ਪੈ ਰਹੀ ਹੁੰਦੀ ਹੈ, ਲਾਮ। ਇਹਦੇ ਨਾਲ ਵੀ ਇਹਦੇ ਮਾਇਨੇ ਕੱਢੇ ਜਾਂਦੇ ਨੇ। ਇੱਕ ਕਮਿਟਮੈਂਟ ਕੀਤਾ ਜਾਂਦਾ, ਇੱਕ ਦੂਜੇ ਨੂੰ ਰੂਮ ਦਿੱਤਾ ਜਾਂਦਾ ਹੈ। ਵਾਕ ਕਰਦੇ ਹਾਂ, ਜ਼ਿੰਦਗੀ ਇੱਕ ਵਾਕ ਹੀ ਤਾਂ ਹੈ। ਉਸ ਦਿਨ ਬੇਨਤੀ ਕੀਤੀ ਸੀ, ਇਹ ਕੋਈ 100 ਮੀਟਰ ਦੀ ਜਾਂ 200 ਮੀਟਰ ਦੀ ਜਿਹੜੀ ਹੈਗੀ ਹੈ ਨਾ, ਇਹ ਫਾਸਟ ਰੇਸ ਨਹੀਂ ਹੈਗੀ। ਬੰਦਾ ਸੋਚੇ ਕਿ ਸ਼ੂਟ ਲਾਈ ਤੇ ਡਨ, ਵਿਆਹ ਪੂਰਾ ਹੋ ਗਿਆ। ਨੋ, ਵਿਆਹ ਤੇ ਇੱਕ ਮੈਰਾਥਨ ਹੈ, ਲਾਈਫ ਟਾਈਮ ਮੈਰਾਥਨ ਹੈ। ਇੰਡੀਵਿਜੂਅਲਸ ਨੇ, ਜਿਵੇਂ ਕਹਿ ਲਓ ਕਿ ਇੱਕ ਐਸੀ ਰੇਸ ਹੈ ਜਿਹਦੇ 'ਚ ਦੋ ਇੰਡੀਵਿਜੂਅਲਸ ਇੱਕ ਦੂਜੇ ਨੂੰ ਜੁਆਇਨ ਕਰ ਲਿਆ, ਇਕੱਠਿਆਂ ਜਾਣਾ। ਹਮ ਸਫਰ ਇਹੀ ਹੁੰਦਾ ਹੈ ਨਾ, ਹਮ ਕਦਮ ਹੋ ਜਾਣਾ, ਹਮ ਤਾਲ ਹੋ ਕੇ ਤੁਰਨਾ। ਸੋ ਇਹ ਐਕਚੁਅਲ ਲੈਵਲ ਤੋਂ ਉਹ ਜਿਹੜਾ ਲਾਮ ਆ, ਉਹ ਹੈ ਕਿ ਉਸ ਪ੍ਰੋਸੈਸ ਨੂੰ, ਉਸ ਲੈਵਲ ਨੂੰ ਇੱਕ ਦੂਜੇ ਨੂੰ ਐਕਸੈਪਟ ਕਰਦਿਆਂ ਹੋਇਆਂ ਵਿੱਚ ਰੂਮ ਰੱਖਣਾ, ਇੱਕ ਦੂਜੇ ਦੇ ਵਾਸਤੇ ਥਾਂ ਰੱਖਣੀ। ਅਦਰਵਾਈਜ਼ ਤੇ ਮੇਰੀਆਂ ਸੋਚਾਂ 'ਚ ਮੇਰੇ ਤੋਂ ਬਿਨਾਂ ਕਿਸੇ ਲਈ ਜਗ੍ਹਾ ਹੀ ਨਹੀਂ ਹੈਗੀ। ਨੋ, ਮੀ ਐਂਡ ਮਾਈ ਸੈਲਫ, ਨਥਿੰਗ ਐਲਸ, ਜਸਟ ਆਈ ਕੈਨ ਨਾਟ ਥਿੰਕ ਅਬਾਊਟ ਐਨੀਥਿੰਗ ਐਲਸ। ਇੱਕ ਸਮਾਂ ਆਉਂਦਾ ਜਦੋਂ ਮੈਂ ਆਪਣੇ ਤੋਂ ਪਹਿਲਾਂ ਸੋਚਣ ਵਾਸਤੇ ਆਪਣੇ ਪਾਰਟਨਰ ਲਈ ਸੋਚਦਾ ਹਾਂ, ਫੈਮਿਲੀ ਲਈ ਸੋਚਦਾ ਹਾਂ। ਇਹ ਹੁਣ ਉਹ ਹੈ। ਇਹ 'ਚ ਗੁਰੂ ਸਾਹਿਬ ਨੇ ਕਿਹਾ, ਹਰ ਪਹਿਲੜੀ ਲਾਉ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਪ੍ਰਵਿਰਤੀ, there are two words which are opposite of each other. One is nirvirt, second is pravirt. Nirvirt ਹੁੰਦਾ ਆ, people who are monk, they live this kind of life, or saintly kind people who claim we are saintly kind of people, like they renounce this world, they quit the married life institution. No, we don't believe in that. Renounce ਕਰਤਾ ਉਹਨਾਂ ਨੇ। ਇੱਕ ਤੇ ਹੋਇਆ, ਉਹ ਹੈ ਨਿਰਵਿਰਤ, ਨਿਰਵਿਰਤੀ ਹੋ ਜਾਣੀ। ਬੰਦਾ ਤਿਆਗੀ ਹੋ ਗਿਆ, ਬੰਦਾ ਕਹਿੰਦਾ ਨਾ ਆਪਾਂ ਤੇ ਵਿਆਹੁਤਾ ਜੀਵਨ ਵਿੱਚ ਨਹੀਂ ਜਾਣਾ ਜੀ, ਆਪਾਂ ਤੇ ਪਰਿਵਾਰ ਬਣਾਉਣਾ ਹੀ ਨਹੀਂ, ਫੈਮਿਲੀ ਲਾਈਫ ਕੁਇਟ ਕਰ ਦਿੱਤੀ। ਪੁਰਾਣੇ ਸਮੇਂ ਜ਼ਿਆਦਾਤਰ ਲੋਕ ਸਪਿਰਿਚੁਅਲ ਲੈਵਲ ਕਰਕੇ ਕਰਦੇ ਸੀਗੇ, ਦੈਟ ਆਈ ਵਾਂਟ ਟੂ ਲਿਵ ਮਾਈ ਲਾਈਫ ਐਜ਼ ਏ spiritual devotee, so that's why I don't want to involve myself in any family business, so I'm renouncing this world.
ਉਹਨੇ ਰਿਨਾਊਂਸ ਕਰਤਾ, ਤਿਆਗ ਕਰ ਦਿੱਤਾ। ਅੱਜ ਜਦੋਂ ਅਸੀਂ ਇਸ ਕੈਨੇਡੀਅਨ ਕਲਚਰ 'ਚ ਰਹਿ ਰਹੇ ਹਾਂ ਤੇ ਮੈਂ ਇੱਥੋਂ ਜੇ ਬਾਤ ਕਰਾਂ ਤੇ ਆਪ ਹੈਰਾਨ ਹੋਵੋਗੇ। ਪੀਪਲ ਹੂ ਬਲੀਵ ਇਨ ਮੈਰਿਡ ਲਾਈਫ, in marriage institution, they are in minority in this country. Majority people are who have already renounced this kind of traditional family system. एक बड़ी शॉकिंग चीज़ भी लगती कई बार जिहड़े सोशियोलॉजी के विद्यार्थी ने जिहड़े सोशल स्ट्रक्चर ते गल करते हैं, सोशल स्ट्रक्चर की एक्सपर्टिज रखते हैं। तो पुराने समय भी रहा, मतलब जिन्हों गुरु साहब ने कहा भी करकी नार त्यागे अंधा। औरत कोल ते हक ही नहीं सी बेचारी कोल, बंदे कोल ही सी हक। बंदा चाहे तो विआह करा ले, औरत रख ले, ना चाहे तो ना कराए। सो इस रूप में बात आई। पर उत्थे क्या गया, गुरु साहब ने कहा ना ना प्रवृत्ति निर्वृत्ति नहीं। तो फिर जो बचन अगला है, प्रवृत्ति कर्म दृढ़ाया। दृढ़ाया is a command. It's not a suggestion. Baba Ji no saying, I'm suggesting you, if you believe in marriage institution, then you should adopt the marriage institution. Baba is saying, no, there is no actually choice. You have to follow this. ਕਿਸੇ ਕੁਟੰਬ ਦੇ ਵਿੱਚ ਮੈਂ ਪਲਿਆ ਤੇ ਅੱਗੇ ਕੁਟੰਬ ਬਣਾ ਕੇ ਸਮਾਜ ਵਿੱਚ ਕੰਟਰੀਬਿਊਟ ਕਰਨਾ ਮੇਰੇ ਲਈ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਅੱਗੇ ਜਿਹੜਾ ਵਰਡ ਆ ਰਿਹਾ ਹੈ ਬਲਰਾਮ ਜੀਓ। ਉਸ ਦਿਨ ਬਾਤ ਕੀਤੀ ਸੀ, ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਬਲਰਾਮ, ਰਾਮ ਦਾ ਬਲ। ਅਸੀਂ ਕਹਿੰਦੇ ਹਾਂ ਰੱਬ ਨੇ ਦੁਨੀਆ ਬਣਾਈ ਹੈ, ਠੀਕ ਹੈ, ਬਣਾਈ ਰੱਬ ਨੇ ਦੁਨੀਆ, ਪਰ ਰੱਬ ਦਾ ਕਿਹੜਾ ਕੋਈ ਮੈਨੂਫੈਕਚਰਿੰਗ ਯੂਨਿਟ ਹੈ ਜਿੱਥੇ ਬਣਾ ਕੇ ਦੁਨੀਆ ਭੇਜ ਰਿਹਾ ਇੱਥੇ। ਰੱਬ ਦਾ ਜਿਹੜਾ ਸਿਰਜਣ ਦਾ ਢੰਗ ਆ, ਉਹ ਆਪਣੀ ਸਿਰਜਣਾ ਦੇ ਵਿੱਚੋਂ ਹੀ ਸਿਰਜਣਾ ਕਰਦਾ ਆ। ਸਾਡੇ ਸਾਰਿਆਂ 'ਚ ਐਬਿਲਿਟੀ ਪਾਈ ਹੈ, ਅਸੀਂ ਜ਼ਿੰਦਗੀ ਤੇ ਆਉਣ ਵਾਲੀਆਂ ਨਸਲਾਂ ਨੂੰ ਲਿਆ ਸਕਦੇ ਹਾਂ। ਇਹ ਐਬਿਲਿਟੀ ਹੈ ਸਾਡੇ ਵਿੱਚ। ਇਹ ਤੇ ਫਿਰ ਡਿਊਟੀ ਵੀ ਇਹਦੇ ਨਾਲ, ਇਹ ਕੁਦਰਤ ਦਾ ਨਿਯਮ ਆ। ਸੋ ਇਹਦੇ 'ਚ ਇਹ ਹੈ, ਕਿਸੇ ਦੇ ਹੋ ਜਾਣਾ, ਕਿਸੇ ਨੂੰ ਆਪਣੇ ਬਣਾ ਲੈਣਾ, ਜਿਹਦੇ ਵਿੱਚੋਂ ਇੰਟੀਮੇਸੀ ਆ ਜਾਂਦੀ ਹੈ। ਉਹਦਾ ਇੱਕ ਸਾਰਾ ਜਿਹੜਾ ਉਸ ਪ੍ਰੋਸੈਸ ਕੀ ਹੈ, ਉਹਦੇ ਸਦਕਾ ਪਰਿਵਾਰ ਬਣਦਾ ਹੈ, ਉਹਦੇ ਸਦਕਾ ਜੀਵਨ ਪੁੰਗਰਦਾ ਹੈ। ਇਹ ਸਭ ਜੇ ਬਲਰਾਮ ਹੈ, ਰਾਮ ਨੇ ਬਲ ਦਿੱਤਾ, ਸਮਰੱਥਾ ਦਿੱਤੀ ਹੈ। ਇਹ ਸਮਰੱਥਾ ਜਿਹੜੀ ਹੈ, ਇਹਨੂੰ ਪ੍ਰਯੋਗ ਵਿੱਚ ਲਿਆਉਣਾ ਆ। ਐਂਡ ਵੀ ਹੈਵ ਟੂ ਅੰਡਰਸਟੈਂਡ ਐਜ਼ ਏ ਹਿਊਮਨ what is the difference between lust and love. Sorry, sometimes people can think very bold kind of vocabulary Bhai Sahib is using on stage, but it's true. Otherwise, ਬਾਣੀ ਸਾਰੀ ਅਲਾਉ ਕਰਦੀ ਸਾਨੂੰ ਇਹਦੇ ਬਾਰੇ। ਵੀ ਗੋਨਾ ਸਟਕ ਇਨ ਟ੍ਰੈਪ। ਇਹਦੇ 'ਚ ਜਿਹਨੂੰ ਅਸੀਂ ਸਨੇਹ ਕਹਿੰਦੇ ਆ, ਮੁਹੱਬਤ ਕਹਿੰਦੇ ਆ, ਉਹ ਜਿਹੜੀ ਚੀਜ਼ ਆ ਜਿਹਨੂੰ ਅਸੀਂ ਸਿੰਪਲ ਅੰਗਰੇਜ਼ੀ 'ਚ ਵਰਡ ਯੂਜ਼ ਕਰਦੇ ਹਾਂ, ਰੋਮਾਂਸ। What is the difference between romance and lust? ਬੱਚਿਆਂ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ, ਖਾਸ ਕਰਕੇ ਜਦੋਂ ਉਹ ਏਜ, ਜਦੋਂ ਹਾਰਮੋਨਸ ਬੜੇ ਹਾਇਰ ਲੈਵਲ ਤੇ ਉਹਨਾਂ ਨੂੰ ਪੁਸ਼ ਕਰ ਰਹੇ ਹੁੰਦੇ ਨੇ। ਬਲਰਾਮ, ਇਹਦਾ ਰੂਪ ਦੇਖੋ ਕੀ ਹੈ, ਪਿਆਰ ਦਾ ਰੂਪ, ਕਿਸੇ ਦੇ ਹੋ ਜਾਣਾ, ਕਿਸੇ ਨੂੰ ਆਪਣਾ ਬਣਾ ਲੈਣਾ, ਇਹ ਹੈ। ਪਰ ਇਹਦੇ 'ਚ ਇਹ ਹੈ, ਇਹ ਸਿਰਫ ਕਿਸੇ ਇੱਕ ਫਿਜ਼ੀਕਲ ਆਬਜੈਕਟ ਦੇ ਰੂਪ ਦੇ ਵਿੱਚ ਨਹੀਂ ਹੈਗਾ ਇਕੱਲਾ, ਕਿਸੇ ਦੇ ਪਿਆਰ ਦੇ ਵਿੱਚ ਜ਼ਿੰਦਗੀ ਨੇ ਉਛਾਵਰ ਕਰ ਦੇਣੀ। ਤੇ ਫਿਰ ਇਹ ਜਿਹੜੀ ਚੀਜ਼ ਆ, ਇਹ ਹੈ ਕਿ two people get horny on a level and then get involved in some kind of intimacy, and then afterward they get blessed with kids, with babies. ਹੁਣ ਜਿਹੜੀ ਚੀਜ਼ ਆ, ਫਿਰ ਅੱਗੇ ਕੀ ਹੈ? ਆਪਣੀਆਂ ਰਾਤਾਂ ਦੀਆਂ ਨੀਂਦਾਂ, ਦਿਨਾਂ ਦੇ ਚੈਨ, ਆਪਣੇ ਕੈਰੀਅਰਸ, ਕਿੰਨਾ ਕੁਝ ਨਿਛਾਵਰ ਕਰ ਦਿੰਦੇ ਉਹਨਾਂ ਨੂੰ ਪਾਲਣ ਦੇ ਵਿੱਚ। ਇਹ ਹੈ ਪ੍ਰਵਿਰਤੀ ਕਰਮ। ਪ੍ਰਵਿਰਤੀ ਕਰਮ ਕੱਲਾ ਜਸਟ ਇੱਕੋ ਐਕਸਰਸਾਈਜ਼ ਨਹੀਂ ਕੱਲੀ, ਜਿਹਨੂੰ ਅਸੀਂ ਇੱਕ ਯੂਫੋਰੀਆ ਫੀਲ ਕਰਨ ਵਾਸਤੇ ਵੀ ਕੈਨ ਐਕਚੁਅਲੀ have, or we can just do it.
ਇਹਦੀ ਗੁਰੂ ਸਾਹਿਬ ਨੇ ਬਾਤ ਕੀਤੀ ਹੈ। ਤੇ ਇਹਦੇ 'ਚ ਇਹ ਹੁੰਦਾ ਆ ਕਿ ਮੈਨੂੰ ਕੋਈ ਫਿਜ਼ੀਕਲੀ ਬੜਾ ਚੰਗਾ ਲੱਗਦਾ ਆ, ਕਿਸੇ ਨੂੰ ਮੈਂ ਬੜਾ ਚੰਗਾ ਲੱਗਦਾ ਫਿਜ਼ੀਕਲੀ, ਸੋ ਲੈਟਸ ਹੈਵ ਅ ਰਿਲੇਸ਼ਨਸ਼ਿਪ। ਜੋ ਰਿਲੇਸ਼ਨਸ਼ਿਪ ਸ਼ੁਰੂ ਹੁੰਦੀ ਹੈ ਫਿਰ ਜਿਹੜੀ ਫਿਜ਼ੀਕਲ ਆਬਜੈਕਟ ਹੈ ਉਹਦੀ ਇੱਕ ਵੋਇਸ ਵੀ ਹੈ, ਉਹਦਾ ਇੱਕ ਬਿਹੇਵੀਅਰ ਵੀ ਹੈ, ਉਹਦੇ ਕੋਲ ਇੱਕ ਓਪੀਨੀਅਨ ਵੀ ਹੈ। I cannot tolerate it. Just I love what? I love only this object. So I love you and don't give me any opinion, any advice, any kind of actually behavior, anything. No. Why? Because I cannot accept it. ਹੁਣ ਇੱਥੋਂ ਕੀ ਬਾਤ ਸ਼ੁਰੂ ਹੁੰਦੀ ਹੈ, ਐਕਚੁਅਲੀ ਆ ਮਸਲਾ ਹੁੰਦਾ। ਮਾਫੀ ਚਾਹਾਂਗਾ। ਫਿਰ ਇੰਨੇ ਸਾਲਾਂ ਦੀ ਕਾਉਂਸਲਿੰਗ ਦੇ ਵਿੱਚੋਂ ਵਟ ਆਈ ਹੈਵ ਲਰਨਡ, ਉਹ 'ਚ ਇਹ ਹੁੰਦਾ ਹੈ ਕਿ ਹਸਬੈਂਡ ਕਹੇਗਾ, ਭਾਈ ਸਾਹਿਬ ਆਈ ਹੈਵ ਨੋ ਆਈਡੀਆ what my wife wants from me. What? Yeah, I don't know. What does she want? Oh, how long have you guys have been married? Around 10 years. 10 years? Okay, where's your wife? She's here. Okay, come here. So Benji, can you tell why aren't you telling your husband what you want from him? What? I have told him so many times, but he never actually listened it. What? She's saying I have told you. No, she never have told me. I don't know what she wants. Then she gave her opinion. And I can give any example, classical example. Opinion ਕੀ ਹੋਦਾ? Opinion ਉਹਦਾ ਇਹ ਹੋਏਗਾ ਕਿ ਮੈਂ ਇਹਨੂੰ ਕਿੰਨੀ ਵਾਰੀ ਕਿਹਾ ਕਿ ਮੇਰੇ ਨਾ ਜਿਹੜਾ ਹੈਗਾ ਆ ਪੇਕੇ ਟੱਬਰ ਦਾ ਤੂੰ ਮਜ਼ਾਕ ਨਾ ਉਡਾਇਆ ਕਰ। ਉਹ ਕਹਿੰਦੇ ਲੈ ਕੋਈ ਗੱਲ ਹੈ, ਬਹਾਨੇ ਬਣਾਉਣ ਦੇ ਹੀ ਹੈ, ਇਹਦੇ ਕਰਕੇ ਥੋੜਾ। ਨਾਲੇ ਉਹਨਾਂ ਬਾਰੇ ਕੀ ਕਹਿਣਾ, ਤਾਂ ਹੈਗੇ ਮੂਰਖ। ਨਾਓ ਐਕਚੁਅਲੀ the next level, and ਭਾਈ ਸਾਹਿਬ see in front of you he's saying that. Oh, what is this? This is just example, because someone has a voice, someone has an opinion, someone has advice. That is the issue. ਇੱਥੇ ਹੈ। It's very good looking, charming, very actually educated, very great people. Why they have disputes? Why they have some kind of quarreling? It's coming due to these reasons. Here Baba is saying, pay attention what Mother Nature have blessed you. What? Balaram. You are not a weak person. Mother Nature have given you that strength as a gift. ਇਹ ਗਿਫਟ ਸਿਰਫ ਇਹ ਨਹੀਂਗਾ ਕਿ ਤੂੰ ਇੱਕ ਸ਼ਖਸ ਜਿਹੜਾ ਹੈਗਾ ਆ ਉਹ ਕਿਸੇ ਫਰਟੀਲਿਟੀਜ਼ ਦਾ ਮਾਲਕ ਹੈ ਜਾਂ ਕਿਸੇ ਉਸ ਲੈਵਲ ਤੇ, ਉਹਦਾ ਮਤਲਬ ਇਹ ਹੈ ਕਿ ਉਹ 'ਚ ਐਬਿਲਿਟੀ ਹੈ ਜੀਵਨ ਸਿਰਜਣ ਦੇ ਵਿੱਚ, ਉਸ ਪ੍ਰੋਸੈਸ ਵਿੱਚ ਇਨਵੋਲਵ ਹੋਣ ਦੀ, ਸਿਰਜੇ ਹੋਏ ਜੀਵਨ ਨੂੰ ਸੰਭਾਲਣ ਦੀ, ਉਸ ਮਾਹੌਲ ਨੂੰ। ਕਿਉਂਕਿ ਜਿਹੜਾ ਜਿਹਨੂੰ ਅਸੀਂ ਬੱਚਾ ਕਹਿ ਰਹੇ ਹਾਂ ਉਹ ਤੇ ਪਰਿਵਾਰਕ ਮਾਹੌਲ 'ਚ ਪਲਦਾ ਆ। ਲੋਕੀ ਤਾਂ ਕਹਿੰਦੇ ਨੇ ਕਿ ਬੱਚੇ ਨੂੰ ਪਾਲਣ ਵਾਸਤੇ ਪੂਰਾ ਪਿੰਡ ਚਾਹੀਦਾ ਆ। ਜਿੱਥੇ ਅੱਜ ਘਰ ਵੀ ਨਹੀਂ ਰਹਿ ਗਏ ਉੱਥੇ ਕੀ ਕਰਾਂਗੇ? ਸਿੰਗਲ ਪੈਰੈਂਟਿੰਗ ਮਾਡਲ ਲੰਬੇ ਸਮੇਂ ਤੋਂ ਚੱਲ ਰਿਹਾ। ਨਾਓ ਡੇਜ਼ ਪੀਪਲ ਆਰ ਸੇਇੰਗ that's very old school, you know, we should follow the platinum family model. I am also learning all these things. So ਇਹ ਸਭ ਚੀਜ਼ਾਂ ਜਿਹੜੀਆਂ ਨੇ, ਜਦੋਂ ਅਸੀਂ ਆਪਣੇ ਟ੍ਰੈਡੀਸ਼ਨਲ ਵੇ 'ਚ ਜਾ ਰਹੇ ਹਾਂ, ਐਂਡ ਮੈਂ ਤੁਹਾਨੂੰ ਕੁਛ ਹੋਰ ਚੀਜ਼ਾਂ ਵੀ ਦੱਸ ਦਿੰਦਾ ਹਾਂ। ਜੇ ਤੁਸੀਂ ਕੁਝ ਕਮਿਊਨਿਟੀਜ਼ ਨੂੰ ਦੇਖੋਗੇ, ਜਿਵੇਂ ਜਿਊਜ਼ ਨੇ, ਨੋ ਡਾਊਟ ਫੈਮਿਲੀ ਇਸ਼ੂਜ਼ ਨੇ, ਐਡਿਕਸ਼ਨ ਦੇ ਵੀ ਬੜੇ ਇਸ਼ੂਜ਼ ਨੇ, ਬਹੁਤ ਕੁਛ ਇਹੋ ਜਿਹਾ ਮੈਂ ਖੁਦ ਲਰਨ ਕੀਤਾ ਦੇ ਬਾਬਤ। ਪਰ ਜਿਹੜਾ ਇੱਕ ਖਾਸ ਚੀਜ਼ ਹੈ ਕਿ ਫੈਮਿਲੀ ਮਾਡਲ ਕਾਫੀ ਹੱਦ ਤੱਕ ਮੁਕਾਬਲਤਨ ਦੂਜੀਆਂ ਕਮਿਊਨਿਟੀਆਂ ਦੇ ਜ਼ਿਆਦਾ ਤਗੜਾ ਆ। ਉਹਦਾ ਰੀਜ਼ਨ ਰਿਲੀਜੀਅਸ ਵੈਲਿਊਜ਼, ਸਪਿਰਿਚੁਅਲ ਵੈਲਿਊਜ਼, ਉਹੋ ਜਿਹੀਆਂ ਚੀਜ਼ਾਂ ਬਹੁਤ ਨੇ ਉਹਦੇ 'ਚ। ਇੱਕ ਟ੍ਰੈਡੀਸ਼ਨ ਨੂੰ ਫੋਲੋ ਕੀਤਾ ਜਾਂਦਾ, ਉਹ ਸਭ ਚੀਜ਼ਾਂ ਆਉਂਦੀਆਂ ਨੇ ਉਹਦੇ ਅੰਦਰ। ਉਹ ਠੀਕ ਆ, ਗਲਤ ਆ, ਤੁਸੀਂ ਸਹਿਮਤ ਹੋ ਨਹੀਂ ਸਹਿਮਤ, ਦੈਟਸ ਅ ਡਿਫਰੈਂਟ ਸਟੋਰੀ, ਬਟ ਕੁਝ ਹੈ ਜਿਹਨੂੰ ਫੋਲੋ ਕੀਤਾ ਜਾਂਦਾ ਹੈ। ਸਾਡੇ ਘਰ 'ਚ ਤੇ ਕਮਾਲ ਦੀ ਟ੍ਰੈਡੀਸ਼ਨ ਹੈ, ਕਮਾਲ ਦੀ ਸਾਰੀ ਬਾਤ ਕਹੀ ਗਈ ਹੈ।
ਗੁਰੂ ਰਾਮਦਾਸ ਸਾਹਿਬ ਨੇ ਇੱਥੇ ਬਾਤ ਕੀਤੀ ਹੈ। ਤੇ ਗੁਰੂ ਰਾਮਦਾਸ ਸਾਹਿਬ ਆਪਣਾ ਲਾਈਫ ਸਟਾਈਲ ਵੀ ਦੇਖੋਗੇ ਤੁਸੀਂ, ਬੀਬੀ ਭਾਨੀ ਤੇ ਗੁਰੂ ਰਾਮਦਾਸ ਸਾਹਿਬ ਐਜ਼ ਏ ਹਸਬੈਂਡ ਵਾਈਫ ਜੀਵਨ ਜੀਂਦੇ ਨੇ। ਤੁਸੀਂ ਦੇਖੋ 3 ਬੱਚਿਆਂ ਦੀ ਪਾਲਣਾ ਕਰਦੇ ਨੇ, ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਦੇਵ ਜੀ, ਗੁਰੂ ਅਰਜਨ ਦੇਵ ਜੀ। ਫਿਰ ਉਹਦੇ 'ਚ ਤਿੰਨਾਂ ਦੇ ਵਿੱਚ ਤੁਸੀਂ ਦੇਖੋ ਜਿਹੜਾ ਉਹਨਾਂ ਦੀਆਂ ਚੋਇਸਿਸ ਨੇ, ਜਿਹੜੇ ਉਹਨਾਂ ਦੇ ਬਿਹੇਵੀਅਰ ਨੇ, ਕਿੰਨੇ ਵੈਰੀ ਕਰਦੇ ਨੇ। ਜਿੱਥੇ ਉਹਨਾਂ ਦਾ ਰੋਲ ਆਉਂਦਾ ਐਜ਼ ਏ ਪੇਰੈਂਟ, ਐਜ਼ ਏ ਫਾਦਰ, ਐਜ਼ ਏ ਮਦਰ, ਕਮਾਲ ਦਾ ਰੋਲ ਆ। ਹਿਸਟਰੀ ਪੜ੍ਹ ਕੇ ਦੇਖੋ ਤੁਸੀਂ ਕਦੇ, ਈਵਨ ਗੁਰਬਾਣੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਇਹ ਬਾਤ ਕਹਿ ਰਹੇ ਨੇ कि पूत काहे को झगरत हो संग बाप, जिनके जिने बडीरे तुम हो 300 झगरत पाप। फैमिली लाइफ ਦੀ ਬੜੀ ਸਟ੍ਰੇਟ ਫਾਰਵਰਡ ਜਿਹੜੀ ਹੈ ਇੱਕ ਲਾਈਨ ਖਿੱਚੀ ਇਹਦੇ ਵਿੱਚ ਬੱਚਿਆਂ ਦੇ ਨਾਲ ਰਿਲੇਸ਼ਨਸ਼ਿਪ ਬਣਾਉਣ ਵਾਸਤੇ ਦੱਸਿਆ। ਇਹ ਬਲ ਆ, ਇਹ ਸਮਰੱਥਾ ਆ, ਇਹ ਸਾਰਾ ਬਲ ਸਿਰਜਣ ਤੋਂ ਲੈ ਕੇ ਲਾਲਣ ਪਾਲਣ ਸੰਭਾਲਣ ਤੇ ਉਹਨਾਂ ਨੂੰ ਸੁਸਾਇਟੀ ਨੂੰ ਗਿਫਟ ਕਰਨ ਵਾਸਤੇ ਇਹ ਪ੍ਰਵਿਰਤੀ ਹੈ ਸਾਰੇ ਦੀ ਸਾਰੀ। ਇਹਦਾ ਅਹਿਸਾਸ ਉਸ ਦਿਨ 2 ਇੰਡੀਵਿਜੂਅਲ ਦੀਆਂ ਅੱਖਾਂ ਵਿੱਚ ਹੋਏ when they are walking by listening these lines around Guru Granth Sahib Maharaj, when they are making this commitment, when they are taking this kind of oath that yes, we are making a commitment, we are going to live our life, the whole life together on this path as we are walking today. We're going to walk like that in our whole life. प्रवृत्ति कर्म दृढ़ाया बलराम जियो। अगे लाइन बाय लाइन असी थोड़ा चलांगे क्योंकि ये मैसेज आ जे तुसीं इस चीज़ नूं थोड़ा एहसासिया माणिया है। आई विल गो कंटिन्यू विद दैट, अदरवाइज तुहाडे कुछ मैसेज आ भी जाते हैं कई बारी ਜਦੋਂ लगता कि नहीं भाई साहब बस सिंपल ट्रांसलेशन करो इन्हां दी शब्दां दी। आई एम ऑल्सो रेडी फॉर दैट। इट्स ऑल ਤੁਹਾਡੀ ਚੋਇਸ ਤੇ ਸਾਰੇ ਦਾ ਸਾਰਾ। ਅੱਜ ਵਾਸਤੇ ਇੰਨੀਆਂ ਕਿ ਬਿਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਦੀ ਮਾਫੀ। ਕਿਸਾਨ ਭੈਣ ਭਰਾਵਾਂ ਲਈ ਜਿਨ੍ਹਾਂ ਲਈ ਬੜਾ ਔਖਾ ਸਮਾਂ ਚੱਲ ਰਿਹਾ, ਨੋ ਡਾਊਟ ਸਟਰਗਲ ਆ ਬਹੁਤ ਸਾਰੀ, ਤੇ ਉਹਨਾਂ ਲਈ ਦਿਲੀ ਅਰਦਾਸ ਕਰਦੇ ਆ। ਇੱਕ ਸੰਘਰਸ਼ ਆ, ਇਹਦੇ 'ਚ ਕਈ ਪੜਾਅ ਆਉਂਦੇ ਨੇ। ਅਸੀਂ ਜ਼ਿੰਦਗੀ ਦੇ ਵੈਸੇ ਹਰ ਮੋੜ 'ਤੇ ਲਰਨ ਕਰਦੇ ਹਾਂ, ਪਰ ਹਰ ਚੀਜ਼ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਬਹੁਤ ਕੁਝ ਸਿੱਖਣ ਵਾਲਾ ਆ, ਬਹੁਤ ਕੁਝ 'ਤੇ ਕੰਮ ਕਰਨ ਦੀ ਲੋੜ ਆ। ਮਾਲਕ ਦੇ ਚਰਨਾਂ 'ਚ ਅਰਦਾਸ ਹੈ, ਉਹਨਾਂ ਨੂੰ ਇੰਨੀ ਹਿੰਮਤ ਬਖਸ਼ੀ ਆ, ਬਲ ਬਖਸ਼ੀ ਆ। ਤੇਰਾ ਸ਼ੁਕਰ ਹੈ ਮਾਲਕ, ਹੋਰ ਬਖਸ਼ੀ। ਅਤੇ ਇੱਕ ਕਮਿਊਨਿਟੀ ਦਾ ਮੈਂਬਰ ਹੋਣ ਦੇ ਨਾਤੇ ਉਹਨਾਂ ਦੀ ਸਫਲਤਾ ਦੀ ਪੂਰੀ ਆਸ ਦੇ ਨਾਲ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਇੱਥੇ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।